ਪਾਕਿਸਤਾਨ 'ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਪਹਿਲੀ ਪਾਤਸ਼ਾਹੀ ਦਾ ਜੋਤੀ ਜੋਤ ਦਿਹਾੜਾ। ਕਰਤਾਰਪੁਰ ਸਾਹਿਬ ਸਿੱਖ ਮੁਸਲਿਮ ਸਾਂਝ ਦਾ ਅਦਭੁਤ ਨਮੂਨਾ ਹੈ। ਇਹ ਸਾਂਝ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਵੀ ਰੱਖੀ ਜੀ। ਉਹਨਾਂ ਦਾ ਸਫ਼ਰਾਂ ਦਾ ਸਾਥੀ, 4 ਉਦਾਸੀਆਂ, 50,000 ਮੀਲ ਤੋਂ ਜ਼ਿਆਦਾ ਸਫ਼ਰ ਗੁਰੂ ਨਾਨਕ ਸਾਹਿਬ ਨੇ ਪੈਦਲ ਕੀਤਾ ਆਪਣੀ ਹਯਾਤੀ ਦੇ ਲਗਭਗ 30-35 ਵਰਿਆਂ ਦੇ ਵਿੱਚ। ਤੇ ਉਹਨਾਂ ਦੇ ਨਾਲ ਜੇ ਕੋਈ ਪੱਕਾ ਸਾਥੀ ਹੈ ਤੇ ਭਾਈ ਮਰਦਾਨਾ। ਫਿਰ ਇਹੀ ਸਾਂਝ ਲਗਾਤਾਰਤਾ ਦੇ ਨਾਲ ਜਿਹੜੀ ਹੈ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਸ਼ੇਰ ਮੁਹੰਮਦ ਖਾਨ ਜਿਹੜੇ ਹਾ ਦਾ ਨਾਰਾ ਮਾਰਦੇ ਨੇ। ਸੋ ਇੰਨੀਆਂ ਕੁ ਸਾਂਝਾਂ ਦੀ ਗੱਲ ਹੈ। ਮੈਂ ਸਮਝਦਾ ਵੀ ਜੇ ਉਹਦੇ 'ਚ ਕੁਛ ਟਕਰਾਅ ਦਾ ਪੀਰੀਅਡ ਵੀ ਹੈ ਜਾਂ ਵਹਿਸ਼ੀਪਣੇ ਦਾ 47 ਦਾ ਦੌਰ ਹੈ, ਇਹ ਵਕਤੀ ਸਨ। ਲੇਕਿਨ ਰੂਹਾਨੀਅਤ ਦੀਆਂ ਸਾਂਝਾਂ, ਤੌਹੀਦ ਦੀ ਸਾਂਝ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। भाई की कारण है, क्यों करतारपुर साहब कॉरिडोर इंडियन गवर्नमेंट नहीं खोल रही? ये तो साडी अज़लां दी सांझ है और हुकूमत घबराई कि भी ये तो सारी बाजी पुट्ठी पै रही और इसनूं खोलण तो रोक रहे हैं। व्यूअर्स वेलकम बैक ऑन प्रोग्राम। सो व्यूअर्स एंड वाले सैक्शन विच आपां गलबात करन जा रहे हैं कि करतारपुर साहिब विखे गुरु नानक साहिब जी दा ज्योति जोत समाउण दा जिहड़ा पूर्व है वो शरधा ते उत्साह नाल जिहड़ा मनाया गया। सो जिस विच अकाल तख्त साहिब दे जिहड़े एक्टिंग जथेदार ज्ञानी हरप्रीत सिंह भी शामिल होए। सो मांग की गई कि भारत सरकार करतारपुर साहिब दा कोरीडोर संगतां दे दर्शनां लई फौरन खोलण। सो इस बारे आपां गलबात करन जा रहे हैं और नाल ही गुरबाणी चैनल दी सांझ तुहाडे नाल पाई जाएगी। सो असीं चाहांगे कि तुसां इसे तरह ही बने रहना, देखण सुण लई एंड लिखण लई तुहाडा सब दा बहुत बहुत शुक्रिया जी। राज साहब की कहना चाहोगे इस मुद्दे बारे? देखो, कल बीता कल 22 सितंबर का दिन बड़ा अहमियत वाला दिन सी, क्योंकि पहले पातशाह गुरु नानक साहब इस दिन 22 सितंबर नूं जिहड़ा है ज्योति जोत समाए। ये साडी धार्मिक जबान दे विच, क्योंकि ह्यूमन बॉडी डिस्ट्रक्टिबल है और जिहड़ी आत्मा है वो परम आत्मा दे विच मर्ज हो जाती है। इसे ਲਈ ਅਸੀਂ ਲਫ਼ਜ਼ ਜੋਤ ਦੇ ਵਿੱਚ ਮਿਲੀ। ਲੇਕਿਨ ਕਰਤਾਰਪੁਰ ਸਾਹਿਬ ਦਾ ਜਿਸ ਨੂੰ ਅਸੀਂ ਆਪਣਾ ਮਦੀਨਾ ਸਮਝਦੇ ਹਾਂ, ਉਸ ਦੀ ਜਿਹੜੀ ਹਿਸਟਰੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਵੇਂ ਗੁਰੂ ਨਾਨਕ ਸਾਹਿਬ ਦਾ ਉਹ ਜੋਤੀ ਜੋਤ ਸਮਾਉਣ ਦਾ ਮੁਕਾਮ ਦੋਨਾਂ ਕੌਮਾਂ ਦੇ ਲਈ, ਮੁਸਲਮਾਨ ਔਰ ਸਿੱਖਾਂ ਦੇ ਲਈ ਉਹ ਮੁਕਾਮ ਬਣਿਆ। ਸਾਂਝਾਂ ਦਾ ਪ੍ਰਤੀਕ ਕੋਰੀਡੋਰ ਤਾਂ ਹੁਣ ਬਣਦਾ ਹੈ, लेकिन 5 सदियां तो ही, क्योंकि 1469 च गुरु नानक साहब प्रकाशमान हुंदे ने और 1539 ਦੇ ਵਿੱਚ 22 ਸਤੰਬਰ ਨੂੰ ਉਹ ਜੋਤੀ ਜੋਤ ਸਮਾਉਂਦੇ ਨੇ। ਔਰ ਉੱਥੇ ਇੱਕ ਅਹਿਮ ਇੱਕੋ ਇੱਕ ਥਾਂ ਹੋਏਗੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਸਮਾਧ ਵੀ ਹੈ ਔਰ ਮਜ਼ਾਰ ਵੀ ਹੈ। ਔਰ ਜਿਵੇਂ ਸਾਡੀ ਟ੍ਰੈਡੀਸ਼ਨ ਸਾਨੂੰ ਦੱਸਦੀ ਹੈ ਕਿ ਉਹਨਾਂ ਦੇ ਜਿਹੜਾ ਚਾਦਰ ਜਿਹੜੀ ਉਹਨਾਂ ਦੀ ਸਰੀਰ ਦੇ ਉੱਤੇ ਸੀ, ਉਸ ਨੂੰ 2 ਹਿੱਸਿਆਂ 'ਚ ਪਾੜਿਆ ਗਿਆ ਔਰ ਉਹਨਾਂ ਦੀ ਬਾਡੀ ਗਾਇਬ ਹੋਈ। ਉੱਥੇ ਫੁੱਲ ਸਨ, ਚਾਦਰ ਔਰ ਫੁੱਲ ਦੋਨਾਂ ਹੀ ਕੌਮਾਂ ਵਾਲਿਆਂ ਨੇ ਅੱਧੇ ਵੰਡੇ ਔਰ ਉਹ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਐਂਟਰ ਕਰਦੇ ਆ। ਪਹਿਲਾਂ ਮਜ਼ਾਰ ਹੈ ਔਰ ਅੰਦਰ ਸਮਾਧ ਹੈ ਜਿੱਥੇ ਫਿਰ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਹੈ। ਔਰ ਕਿਉਂਕਿ ਭਾਰਤ ਨੇ ਅਜੇ ਤੱਕ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਨਹੀਂ ਹੈ, ਨਹੀਂ ਤਾਂ ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਜਾਂ ਜਨਮ ਵਾਲਾ ਦਿਨ ਜਿਹੜਾ ਕਿ ਨਵੰਬਰ ਮਹੀਨੇ 'ਚ ਹੁੰਦਾ ਹੈ, ਨਨਕਾਣਾ ਸਾਹਿਬ ਰੌਣਕਾਂ ਲੱਗਦੀਆਂ ਨੇ। ਪਿਛਲੇ ਪੀਰੀਅਡ 'ਚ ਇੱਕੋ ਵਾਰ 22 ਸਤੰਬਰ ਆਇਆ ਖੋਲ੍ਹਣ ਤੋਂ ਬਾਅਦ, ਅਗਸਤ ਤੋਂ ਬਾਅਦ, ਕਿ ਜਦੋਂ ਉੱਥੇ ਨਗਰ ਕੀਰਤਨ ਵੀ, ਜਲੂਸ ਵੀ ਨਿਕਲਿਆ ਔਰ ਦੂਸਰਾ ਪਰ ਭਾਰਤ ਨੇ ਨਹੀਂ ਖੋਲ੍ਹਿਆ। ਲੇਕਿਨ ਇੱਕ ਗੱਲ ਚੰਗੀ ਸੀ ਕਿ ਇਸ ਵਾਰ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਵੇਂ ਸਿਆਸੀ ਮੁੱਦਿਆਂ ਤੇ ਉਹ ਬਾਦਲਾਂ ਦੇ ਕਹਿਣ ਤੇ ਐਕਟਿੰਗ ਹੀ ਕਰਦੇ ਨੇ, ਲੇਕਿਨ ਘੱਟੋ ਘੱਟ ਉਹਨਾਂ ਨੇ ਯਕੀਨੀ ਬਣਾਇਆ ਕਿ ਉਹ ਇਸ ਮੌਕੇ ਕਰਤਾਰਪੁਰ ਸਾਹਿਬ ਗਏ। ਉਹਨਾਂ ਦਾ ਭਰਵਾਂ ਸਵਾਗਤ ਵੀ ਹੋਇਆ। ਉਹਨਾਂ ਨੇ ਉਸ ਫੰਕਸ਼ਨ ਜਿਹੜਾ ਸਮਾਗਮ ਸੀ ਉਹਦੇ 'ਚ ਸ਼ਮੂਲੀਅਤ ਵੀ ਕੀਤੀ। ਔਰ ਅੱਜ ਦੀਆਂ ਜਿਹੜੀਆਂ ਨੇ ਖਬਰਾਂ ਦੇ ਵਿੱਚ ਪ੍ਰੋਮੀਨੈਂਟਲੀ ਇਹ ਖਬਰ ਵੀ ਹੈ ਕਿ ਪਾਕਿਸਤਾਨ 'ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਪਹਿਲੀ ਪਾਤਸ਼ਾਹੀ ਦਾ ਜੋਤੀ ਜੋਤ ਦਿਹਾੜਾ। ਔਰ ਇਸ ਮੌਕੇ ਦੇ ਉੱਤੇ ਜਿਹੜਾ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦੇ ਡਿਪਟੀ ਸੈਕਟਰੀ ਮਿਸਟਰ ਇਮਰਾਨ ਗੋਂਦਲ, ਉਹਨਾਂ ਨੇ ਵੀ ਐਡਰੈਸ ਕੀਤਾ ਸੰਗਤ ਨੂੰ ਔਰ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖ ਮੁਸਲਿਮ ਸਾਂਝ ਦਾ ਅਦਭੁਤ ਨਮੂਨਾ ਹੈ। ਇੱਕ ਯੂਨੀਕ ਜਿਹੜੀ ਹੈ ਉਹ ਇਹ ਮੁਕਾਮ ਹੈ ਜਿੱਥੇ ਕਿ ਦੋਨਾਂ ਕੌਮਾਂ ਦੀ ਸਾਂਝ ਹੈ। ਮੈਂ ਸਮਝਦਾ ਵੀ
ਜਦੋਂ ਅਸੀਂ ਹਰਮੰਦਰ ਸਾਹਿਬ, ਜਿਹਨੂੰ ਪਪੂਲਰਲੀ ਗੋਲਡਨ ਟੈਂਪਲ ਕਿਹਾ ਜਾਂਦਾ ਹੈ, ਉਸ ਦਾ ਜ਼ਿਕਰ ਕਰਦੇ ਹਾਂ ਤੇ ਉਹ ਵੀ ਜਦੋਂ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਸਾਈਂ ਮੀਆਂ ਮੀਰ ਉਹਨਾਂ ਨੂੰ ਇਨਵਾਈਟ ਕਰਦੇ ਨੇ ਤੇ ਉਸ ਹਰਮੰਦਰ ਸਾਹਿਬ ਦਾ ਜਿਹੜਾ ਸਾਡਾ ਮੁਕੱਦਸ ਮੀਰੀ ਪੀਰੀ ਦਾ ਮੁਕਾਮ ਹੈ, ਉਸ ਦਾ ਸੰਗੇ ਬੁਨਿਆਦ ਨੀਂਹ ਪੱਥਰ ਸਾਈਂ ਮੀਆਂ ਮੀਰ ਤੋਂ ਰਖਵਾਇਆ ਜਾਂਦਾ ਹੈ। ਸੋ ਮੈਂ ਸਮਝਦਾ ਵੀ ਜਿੱਥੇ ਕਰਤਾਰਪੁਰ ਸਾਹਿਬ ਮਜ਼ਾਰ ਔਰ ਸਮਾਧ, ਔਰ ਉਸ ਤੋਂ ਬਾਅਦ ਹੁਣ 2019 ਚ 9 ਨਵੰਬਰ ਨੂੰ ਜਦੋਂ ਕਿ ਉਸ ਨੂੰ ਖੋਲ੍ਹਿਆ ਜਾਂਦਾ ਹੈ ਔਰ ਵੱਡੇ ਖਰਚ ਦੇ ਨਾਲ ਜਿਹੜਾ ਪਾਕਿਸਤਾਨ ਦੀ ਹਕੂਮਤ ਨੇ ਉਸ ਨੂੰ ਵੱਡਾ ਗੁਰਦੁਆਰਾ ਸਾਹਿਬ ਤਾਮੀਰ ਕਰਵਾਇਆ, ਤੇ ਇਹ ਸਾਂਝ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਵੀ ਰੱਖੀ। ਉਹਨਾਂ ਦਾ ਸਫ਼ਰਾਂ ਦਾ ਸਾਥੀ, 4 ਉਦਾਸੀਆਂ, 50,000 ਮੀਲ ਤੋਂ ਜ਼ਿਆਦਾ ਸਫ਼ਰ ਗੁਰੂ ਨਾਨਕ ਸਾਹਿਬ ਨੇ ਪੈਦਲ ਕੀਤਾ ਆਪਣੀ ਹਯਾਤੀ ਦੇ ਲਗਭਗ 30-35 ਵਰਿਆਂ ਦੇ ਵਿੱਚ। ਤੇ ਉਹਨਾਂ ਦੇ ਨਾਲ ਜੇ ਕੋਈ ਪੱਕਾ ਸਾਥੀ ਹੈ ਤੇ ਭਾਈ ਮਰਦਾਨਾ, ਜਿਹੜੇ ਰਬਾਬੀ ਨੇ, ਰਬਾਬ ਵਜਾਉਂਦੇ ਨੇ, ਔਰ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਉਸ ਦੀ ਸਾਂਝ, ਸਾਈਂ ਮੀਆਂ ਮੀਰ ਦਾ ਸੰਗੇ ਬੁਨਿਆਦ ਰੱਖਣਾ, ਗੁਰੂ ਅਰਜਨ ਸਾਹਿਬ ਦਾ ਹਰਮੰਦਰ ਸਾਹਿਬ, ਔਰ ਫਿਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਤੋਂ ਪਹਿਲਾਂ ਸਾਈਂ ਮੀਆਂ ਮੀਰ ਦੀ ਉਹਨਾਂ ਦੇ ਸਾਹਮਣੇ ਹਾਜ਼ਰੀ, ਔਰ ਉਹਨਾਂ ਦਾ ਜਿਹੜਾ ਉਸ ਆਪਣੇ ਪਿਆਰੇ ਦੋਸਤ ਪ੍ਰਤੀ, ਰੂਹਾਨੀ ਇੱਕ ਮਿੱਤਰ ਪ੍ਰਤੀ ਜਿਹੜੀ ਉਹਨਾਂ ਦੀ ਟ੍ਰਿਬਿਊਟ, ਫਿਰ ਇਹੀ ਸਾਂਝ ਲਗਾਤਾਰਤਾ ਦੇ ਨਾਲ ਜਿਹੜੀ ਹੈ ਨਬੀ ਖਾਨ, ਗਨੀ ਖਾਨ, ਪੀਰ ਬੁੱਧੂ ਸ਼ਾਹ, ਸ਼ੇਰ ਮੁਹੰਮਦ ਖਾਨ ਜਿਹੜੇ ਹਾ ਦਾ ਨਾਰਾ ਮਾਰਦੇ ਨੇ। ਸੋ ਇੰਨੀਆਂ ਕੁ ਸਾਂਝਾਂ ਦੀ ਗੱਲ ਹੈ। ਮੈਂ ਸਮਝਦਾ ਵੀ ਜੇ ਉਹਦੇ 'ਚ ਕੁਛ ਟਕਰਾਅ ਦਾ ਪੀਰੀਅਡ ਵੀ ਹੈ ਜਾਂ ਵਹਿਸ਼ੀਪਣੇ ਦਾ 47 ਦਾ ਦੌਰ ਹੈ, ਇਹ ਵਕਤੀ ਸਨ, ਲੇਕਿਨ ਰੂਹਾਨੀਅਤ ਦੀਆਂ ਸਾਂਝਾਂ, ਤੌਹੀਦ ਦੀ ਸਾਂਝ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਫਿਰ ਉੱਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ये तौहीद की सांझ है। और इस मौके के उत्ते जिहड़ी मंग सिखां वालों की गई, एक्टिंग जथेदार ज्ञानी हरप्रीत सिंह ने भी कहा कि भाई की कारण है, क्यों करतारपुर साहब कॉरीडोर इंडियन गवर्नमेंट नहीं खोल रही। वो हुकूमत चंगी तरह इस गल नूं समझ गई सी 9 अगस्त 2019 नूं खुलण तो बाद कि जिहड़ा 75 साल इन्हां ने ਵਿੱਥ ਪਾਣ ਦੇ ਲਈ ਦੋਨਾਂ ਕੌਮਾਂ ਦੇ ਵਿੱਚ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਸੀ, ਉਹ ਤਾਂ ਮਹੀਨਿਆਂ ਦੇ ਵਿੱਚ ਜਿਉਂ ਹੀ ਸਿੱਖ ਸੰਗਤਾਂ ਔਰ ਪਾਕਿਸਤਾਨੀ ਆਵਾਮ ਇੱਕ ਦੂਸਰੇ ਦੀ ਗਲਵਕੜੀ 'ਚ ਆਉਂਦੇ ਨੇ, ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਤਾਂ ਸਾਡੀ ਅਜ਼ਲਾਂ ਦੀ ਸਾਂਝ ਹੈ। ਔਰ ਹਕੂਮਤ ਘਬਰਾਈ ਕਿ ਬਈ ਇਹ ਤਾਂ ਸਾਰੀ ਬਾਜ਼ੀ ਪੁੱਠੀ ਪੈ ਰਹੀ ਔਰ ਉਹ ਇਸ ਨੂੰ ਖੋਲ੍ਹਣ ਤੋਂ ਰੋਕ ਰਹੇ ਨੇ। ਸੋ ਅਸੀਂ ਜਿੱਥੇ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਨੇ ਇਸ ਸਭ ਦੇ ਬਾਵਜੂਦ ਉਧਰੋਂ ਪਾਬੰਦੀਆਂ ਨੇ ਪਰ ਵੱਡੀ ਗਿਣਤੀ ਸਿੱਖ ਸੰਗਤਾਂ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਇਸ ਵੇਲੇ 20 ਤੋਂ 25 ਹਜ਼ਾਰ ਤਾਂ ਸਿੱਖੀ ਸਰੂਪ ਵਾਲੇ ਸਿੱਖ ਨੇ ਔਰ ਵੱਡੀ ਗਿਣਤੀ ਦੇ ਵਿੱਚ ਸਿੰਧੀ ਔਰ ਦੂਸਰੇ ਪਾਸਿਆਂ ਤੋਂ ਵੀ ਜਿਹੜੇ ਆਪਣੇ ਆਪ ਨੂੰ ਸੇਵਕ ਸਿੱਖ ਕਹਿੰਦੇ ਨੇ, ਉਹ ਵੀ ਸ਼ਮੂਲੀਅਤ ਕਰਦੇ ਨੇ ਕਿ ਇਹ ਇੱਕ ਬੜੀ ਚੜ੍ਹਦੀ ਕਲਾ ਦੇ ਵਿੱਚ ਸਮਾਗਮ ਹੋਇਆ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਦੇ ਜਿਹੜੇ ਅਹਿਮ ਇਸ਼ੂ ਨੇ ਉਸ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਭੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।